ਕਿਹਨੇ ਲੜਨਾ ਹੁੰਦਾ? ਕਾਹਦੇ ਲਈ ਚੁਣਦੇ ਅਸੀਂ ਆਪਣੇ 117 MLA? ਕਾਹਦੇ ਲਈ ਚੁਣਦੇ ਅਸੀਂ 13 ਮੈਂਬਰ ਪਾਰਲੀਮੈਂਟ? ਕਾਹਦੇ ਲਈ ਚੁਣਦੇ ਅਸੀਂ 7 ਰਾਜ ਸਭਾ ਮੈਂਬਰ ਜੇ ਬੋਲਣਾ ਹੀ ਨਹੀਂ ਕਿਸੇ ਨੇ? DNA ਚੈੱਕ ਕਰਵਾਓ ਥੋੜ੍ਹਾ ਜਿਹਾ ਕਿ ਕੀ ਇਹਨਾਂ 'ਚ ਪੰਜਾਬੀ ਖੂਨ ਵੀ ਹੈ। ਪੰਜਾਬੀ ਖੂਨ ਤਾਂ ਉਬਾਲਾ ਮਾਰਦਾ, ਪੰਜਾਬ ਨਾਲ ਕੋਈ ਧੱਕਾ ਕਰੇ ਕਿਉਂ ਨਹੀਂ ਉਬਾਲਾ ਮਾਰਦਾ? ਖੂਨ ਠੰਡਾ ਹੋ ਗਿਆ ਜਾਂ ਮਿਕਸ ਹੋ ਗਿਆ, ਚੈੱਕ ਕਰਨ ਦੀ ਲੋੜ ਨਹੀਂ। ਬੜੀ ਵੱਡੀ ਗੱਲ ਕਹਿ ਤੁਸੀਂ, ਘੱਟੋ ਘੱਟ ਤੁਹਾਡੀ ਆਹ ਗੱਲ ਤੋਂ ਬਾਅਦ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ। ਜੇ ਹੁਣ ਵੀ ਨਹੀਂ ਸ਼ਰਮ ਆਉਂਦੀ ਫਿਰ ਲੱਖ ਲਾਹਨਤ ਪੰਜਾਬੀ ਹੋਣ ਤੇ। ਜੇ ਪੰਜਾਬੀ ਹੋ ਤਾਂ ਪੰਜਾਬ ਲਈ ਖੜੋ, ਪੰਜਾਬੀ ਲਈ ਖੜੋ, ਆਪਣੇ ਆਵਾਮ ਲਈ ਖੜੋ, ਆਪਣੇ ਸੂਬੇ ਦੀ ਰਾਜਧਾਨੀ ਲਈ ਖੜੋ, ਆਪਣੇ ਸਿਰ ਦੇ ਤਾਜ ਲਈ ਖੜੋ। ਰਾਘਵ ਚੱਡਾ ਦੀ ਫੋਟੋ ਕੈਟਵਾਕ ਕੀ ਕਹਿੰਦੇ ਹੁੰਦੇ ਉਹਨੂੰ, ਹਾਂ ਜੋ ਵੀ ਹੈ ਉਹ ਹੈ ਨਾ, ਉਹ ਕਰ ਰਿਹਾ ਤੇ ਬੁੱਲਾਂ ਤੇ ਲਿਪਸਟਿਕ ਲੱਗੀ ਫੋਟੋ। ਹੋ ਸਕਦਾ ਰਾਘਵ ਚੱਡਾ ਦੇ ਬੁੱਲ ਤਾਂ ਲਿਪਸਟਿਕ ਕਰਕੇ ਜੁੜ ਗਏ ਹੋਣ, ਪਰ ਆ 117 MLA ਦੇ ਬੁੱਲ ਕਿਉਂ ਜੁੜੇ ਨੇ ਭਾਈ? ਚੇਪੀ ਲੱਗੀ ਆ, ਕੋਈ ਜਿੱਪ ਲੱਗੀ ਆ? ਕਿਹਨੇ ਮੂੰਹ ਬੰਦ ਕੀਤਾ? ਕਿਉਂ ਨਹੀਂ ਬੋਲੇ ਇਸ ਮਸਲੇ ਤੇ? ਸਵਾਲ ਹੋਏਗਾ। ਸਾਡਾ ਤਾਂ ਮੁੱਖ ਮੰਤਰੀ ਦਾ ਦੂਜੇ ਦਿਨ ਟਵੀਟ ਆਉਂਦਾ। ਬਹੁਤ ਵੱਡੀ ਗੱਲ ਕੀਤੀ, ਟਵੀਟ ਕੀਤਾ ਨਾ ਮੁੱਖ ਮੰਤਰੀ ਸਾਹਿਬ ਨੇ, ਧੰਨਵਾਦ ਕਰਨਾ ਬਣਦਾ ਉਹਨਾਂ ਦਾ। ਟਵੀਟ ਤੇ ਜਿੱਤਾਂਗੇ ਅਸੀਂ ਪੰਜਾਬੀ ਦੀ ਲੜਾਈ, ਚੰਡੀਗੜ੍ਹ ਦੀ ਲੜਾਈ ਟਵੀਟ ਨਾਲ ਜਿੱਤੀ ਜਾਏਗੀ। ਕਿਉਂ ਨਹੀਂ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਧਰਨਿਆਂ 'ਚੋਂ ਜਨਮੀ ਪਾਰਟੀਆਂ, ਕੇਜਰੀਵਾਲ ਦੀ ਸਰਕਾਰ ਵੀ ਧਰਨਿਆਂ 'ਚੋਂ ਬਣੀ ਔਰ ਆ ਕਿਸਾਨ ਅੰਦੋਲਨ ਸਦਕਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ? ਕਿਉਂ ਨਹੀਂ ਕਿਹਾ ਕਿ ਅਮਿਤ ਸ਼ਾਹ ਜੀ ਮੈਂ ਫੇਰ ਆਉਣਾ, ਮੋਦੀ ਜੀ ਮੈਂ ਫੇਰ ਆਉਣਾ? ਪਹਿਲਾਂ ਵੀ ਗੁਲਦਸਤਾ ਦਿੱਤਾ, ਕਿ ਗੁਲਦਸਤਾ ਹੋਰ ਲੈ ਜਾਂਦੇ ਕਿ ਮੈਂ ਆ ਰਿਹਾ ਧਰਨਾ ਲਾਉਣ। ਕਿਉਂ ਨਹੀਂ 117 MLA ਨੂੰ ਕਿਹਾ ਕਿ ਚਲੋ ਮੇਰੇ ਨਾਲ? ਕਿਉਂ ਨਹੀਂ ਸਰ ਪਾਰਟੀ ਬੈਠਕ ਬੁਲਾਈ? ਭਗਵੰਤ ਮਾਨ ਤਾਂ ਬਹੁਤ ਕਹਿੰਦੇ ਨੇ ਕਿ ਮੈਂ ਇਮਾਨਦਾਰ ਹਾਂ, ਪਰ ਉਹਨਾਂ ਨੂੰ ਫਿਰ ਕਿਹਦਾ ਡਰ ਆ? ਇੰਨਾ ਸੋਚਣਾ ਕਿਉਂ ਪੈ ਗਿਆ ਕਿ ਦੂਜੇ ਦਿਨ ਟਵੀਟ ਵੀ ਸਿਰਫ ਦੂਜੇ ਦਿਨ ਜਾਰੀ ਹੁੰਦਾ? ਕਿਉਂ ਸੋਚਣਾ ਪੈ ਗਿਆ? ਕਿਹਦੀ ਇਜਾਜ਼ਤ ਲੈਣੀ ਪੈ ਗਈ? ਈਡੀ ਦਾ ਡਰ ਹੈ, ਇਨਕਮ ਟੈਕਸ ਦਾ ਡਰ ਹੈ, ਛਾਪਿਆਂ ਦਾ ਡਰ ਹੈ, ਕਿ ਕਿਸੇ ਦਾ ਭਾਣਜੇ ਦਾ ਡਰ ਹੈ, ਕਿਸੇ ਨੂੰ ਭਤੀਜੇ ਦਾ ਡਰ ਹੈ, ਕਿਸੇ ਨੂੰ ਘੜੀ ਦਾ ਡਰ ਹੈ, ਕਿਸੇ ਨੂੰ ਪੈਸਿਆਂ ਦਾ ਡਰ ਹੈ, ਕਿਸੇ ਨੂੰ ਵਜੀਫਿਆਂ ਦਾ ਡਰ ਹੈ, ਕਿਸੇ ਨੂੰ ਖੱਡਾਂ ਦਾ ਡਰ ਹੈ। ਆਪਣੇ ਘੁਟਾਲਿਆਂ ਤੋਂ ਡਰਦੇ ਨੇ, ਆਪਣੀਆਂ ਚੋਰੀਆਂ ਤੋਂ ਡਰਦੇ ਨੇ, ਤਾਂ ਹੀ ਲੋਕਾਂ ਲਈ ਨਹੀਂ ਬੋਲਦੇ। ਜਿਹੜੇ ਰਾਜ ਸਭਾ ਮੈਂਬਰ ਭੇਜੇ ਨੇ ਕੀ ਉਹ ਪੰਜਾਬ ਦਾ ਨਕਸ਼ਾ ਹੈਗੇ ਨੇ? ਚੈੱਕ ਕਰਕੇ ਦੇਖ ਲਓ ਜੇਕਰ ਪੰਜਾਬ ਦਾ ਨਕਸ਼ਾ ਲੱਗਦੇ ਹੋਣ। ਉਹਨਾਂ ਮਨਮੋਹਨ ਸਿੰਘ ਨਾਲ ਕਰਦੇ ਨੇ, ਕਹਿੰਦੇ ਉਹ ਵੀ ਤਾਂ ਅਸਾਮ ਤੋਂ ਗਏ ਸੀ। ਮੈਂ ਕਹਿੰਦਾ ਮਨਮੋਹਨ ਸਿੰਘ ਅਸਾਮ ਤੋਂ ਛੱਡ ਕਿਸੇ ਤੋਂ ਜਾਵੇ, ਪਰ ਘੱਟੋ ਘੱਟ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਜਾਬ ਦੀ ਲੜਾਈ ਲੜਨੀ ਆ ਉਹ ਤਾਂ ਪੰਜਾਬ ਤੋਂ ਚੁਣ ਲੈਂਦੇ। ਕਿ ਰਾਘਵ ਚੱਡਾ ਹੁਣ ਪੰਜਾਬ ਲਈ ਬੋਲੇਗਾ ਜਾਂ ਪੰਜਾਬੀ 'ਚ ਬੋਲੇਗਾ? ਕਿ ਸੰਦੀਪ ਪਾਠਕ ਪੰਜਾਬ ਲਈ ਬੋਲੇਗਾ ਕਿ ਪੰਜਾਬੀ 'ਚ ਬੋਲੇਗਾ? ਇਸੇ ਤਰ੍ਹਾਂ ਤੁਸੀਂ ਕੀ ਸਮਝਦੇ ਹੋ ਹਰਭਜਨ ਮਾਨ ਭੱਜੀ ਪੰਜਾਬ ਦੀ ਨੁਮਾਇੰਦਗੀ ਕਰੇਗਾ? ਉਹ ਕਾਰਪੋਰੇਟ ਘਰਾਣਿਆਂ ਦਾ ਚਿਹਰਾ, ਉਹ ਵੀ ਇੱਕ ਵਪਾਰਕ ਚਿਹਰਾ। ਭਗਤ ਇਕੱਲੇ BJP 'ਚ ਨਹੀਂ ਹੁੰਦੇ। ਸੋ ਭਗਤਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਭਗਤ ਬਣਨਾ ਤਾਂ ਪਾਰਟੀਆਂ ਦੇ ਨਾ ਬਣੋ, ਲੀਡਰਾਂ ਦੇ ਨਾ ਬਣੋ, ਪੰਜਾਬ ਦੇ ਬਣੋ। ਹੁਣ ਕਹਿਣਗੇ ਅਮਿਤ ਸ਼ਾਹ ਦਾ ਵੱਡਾ ਐਲਾਨ ਕਰਕੇ ਗਿਆ, ਮੁਲਾਜ਼ਮਾਂ ਨੂੰ ਤੋਹਫਾ ਦੇ ਕੇ ਗਿਆ ਕਿ ਭਾਈ ਤੁਸੀਂ ਕੇਂਦਰ ਵਾਲੇ ਸਕੇਲਾਂ 'ਤੇ ਕੰਮ ਕਰੋਗੇ। ਭਾਈ ਉਹ ਤਾਂ ਪੰਜਾਬੀ 'ਚ ਅਰਥ ਸਮਝੋ। ਉਹ ਚੰਡੀਗੜ੍ਹ 'ਚ ਪੰਜਾਬ ਦੀ ਹਿੱਕ 'ਤੇ ਖੜ੍ਹ ਕੇ ਕਹਿ ਕੇ ਗਿਆ ਕਿ ਪੰਜਾਬੀ ਉਹ ਭੁੱਲ ਜਾਓ, ਚੰਡੀਗੜ੍ਹ ਨਾ ਪੰਜਾਬੀ ਤੁਹਾਡੀ ਨਾ ਚੰਡੀਗੜ੍ਹ ਤੁਹਾਡਾ, ਜੋ ਕਰਨਾ ਕਰ ਲਓ। ਸਾਡੀ ਅਣਖ ਨੂੰ ਵਿਗਾੜ ਕੇ ਗਿਆ, ਅਸੀਂ ਸੁੱਤੇ ਰਵਾਂਗੇ। ਦੋ ਬਿੱਲੀਆਂ ਦੀ ਲੜਾਈ 'ਚ ਬਾਂਦਰ ਪੂਰੀ ਰੋਟੀ ਖਾਵੇ, ਐਕਤੀ ਬਾਂਦਰ ਨੂੰ ਪੂਰੀ ਰੋਟੀ ਨਹੀਂ ਖਾਣ ਦੇਵਾਂਗੇ। ਪੜਾਵਾਰ ਕਿਹੜੇ ਹਮਲੇ ਕੇਂਦਰ ਨੇ ਚੰਡੀਗੜ੍ਹ ਤੇ ਕੀਤੇ ਤੇ ਸਾਡੇ ਲੀਡਰਾਂ ਦੀ ਚੁੱਪ ਕੀ ਦਰਸਾਉਂਦੀ ਆ? ਇਹਨਾਂ ਨੇ ਸੀਨੀਅਰ ਪੱਤਰਕਾਰ ਬਾਈ ਦੀਪਕ ਸ਼ਰਮਾ ਗੱਲਬਾਤ ਕਰਦੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਬਾਈ ਜੇ ਮੈਂ ਕਿਹਾ ਕਿ ਪੰਜਾਬ ਸਿਰਫ ਨਾਂ ਦੀ ਰਾਜਧਾਨੀ, ਚੰਡੀਗੜ੍ਹ ਸਿਰਫ ਨਾਂ ਦੀ ਰਾਜਧਾਨੀ ਰਹਿ ਗਈ ਪੰਜਾਬ ਦੀ, ਤੇ ਸਾਡੇ ਲੀਡਰਾਂ ਦੀ ਚੁੱਪ ਕੀ ਦਰਸਾਉਂਦੀ ਆ? ਕਿਸੇ ਵੀ ਸੂਬੇ ਦੀ ਰਾਜਧਾਨੀ ਉਹਦਾ ਸਿਰ ਦਾ ਤਾਜ ਹੁੰਦੀ ਆ, ਤੇ ਇੱਧਰ ਤਾਂ ਖੱਲੇ ਧੜਾ ਆ, ਸਿਰ ਤਾਂ ਹੈ ਹੀ ਨਹੀਂਗਾ। ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ, ਹਰਿਆਣਾ 'ਚ ਕਿਰਾਏਦਾਰ ਆ, ਔਰ ਕਿਰਾਏਦਾਰ ਨੇ ਕਦੇ ਨਾ ਕਦੇ ਜਾਂ ਤਾਂ ਆਪਣਾ ਨਵਾਂ ਮਕਾਨ ਬਣਾਉਣਾ ਹੁੰਦਾ ਜਾਂ ਫਿਰ ਮਕਾਨ ਬਦਲਣਾ ਹੁੰਦਾ। ਪਰ ਅਫਸੋਸ 1966 ਤੋਂ ਲੈ ਕੇ ਆ 2022 ਤੱਕ ਆ ਗਏ ਹਾਂ ਅਸੀਂ, ਅਜੇ ਤੱਕ ਹਰਿਆਣਾ ਨੂੰ ਉਹਦੀ ਵੱਖਰੀ ਰਾਜਧਾਨੀ ਨਹੀਂ ਮਿਲੀ ਜਿਹੜੀ ਮਿਲਣੀ ਉਹਦਾ ਅਧਿਕਾਰ ਆ। ਤੇ ਚੰਡੀਗੜ੍ਹ ਪੰਜਾਬ ਦਾ, ਪੰਜਾਬ ਨੂੰ ਮਿਲਣਾ ਚਾਹੀਦਾ। ਪਰ ਇਹ ਸਭ ਦੇ ਦਰਮਿਆਨ ਇੱਕ ਸਮਝੌਤਾ ਸੀਗਾ 60-40 ਦਾ, ਕਿ ਉਨੀ ਦੇਰ ਭਾਈ ਜਿੰਨੀ ਦੇਰ ਇੱਥੇ ਸਿਸਟਮ ਚੱਲੂਗਾ 60% ਪੰਜਾਬ ਦੇ ਨੁਮਾਇੰਦੇ ਹੋਣਗੇ, 40% ਹਰਿਆਣਾ ਦੇ ਹੋਣਗੇ। ਅਚਾਨਕ ਇਹਦੇ ਵਿੱਚ ਇੱਕ ਯੂਟੀ ਕੈਡਰ ਕ੍ਰੀਏਟ ਕਰ ਦਿੱਤਾ ਗਿਆ। ਉਹ ਪੂਰੀ ਸ਼ਰਾਰਤ ਨਾਲ ਕੇਂਦਰ ਨੇ ਕੀਤਾ। ਉਹਦੇ ਲਈ ਕਾਂਗਰਸੀਆਂ ਸਰਕਾਰਾਂ ਵੀ ਕੇਂਦਰ ਦੀਆਂ ਜ਼ਿੰਮੇਵਾਰ ਨੇ, ਤੇ ਉਹਦੇ BJP ਤਾਂ ਪੂਰਾ ਹੀ ਰੰਗ ਬਖੇਰਦੀ ਹੈ ਉਸ ਦੇ ਲਈ। ਸੋ ਇਸ ਲਈ ਉਹ ਸਮੇਂ-ਸਮੇਂ ਹੁੰਦਾ ਰਿਹਾ ਤੇ ਯੂਟੀ ਕੈਡਰ ਕ੍ਰੀਏਟ ਹੋ ਗਿਆ। ਤੇ ਪਰ ਪੰਜਾਬ ਦੀਆਂ ਸਰਕਾਰਾਂ ਦੀ ਵੱਡੀ ਨਲਾਇਕੀ ਰਹੀ, ਉਹ 60% ਵੀ ਆਪਣਾ ਹਿੱਸਾ ਕਦੇ ਪੂਰਾ ਨਹੀਂ ਦੇ ਸਕੀਆਂ। ਸਾਰੇ ਵਿਭਾਗਾਂ 'ਚ ਆਪਣੇ ਨੁਮਾਇੰਦੇ ਨਹੀਂ ਭੇਜ ਸਕੀਆਂ, ਆਪਣੀਆਂ ਭਰਤੀਆਂ ਨਹੀਂ ਭੇਜ ਸਕੀਆਂ, ਉਹ ਵੀ ਕੋਟਾ ਹਰਿਆਣਾ 'ਚੋਂ ਪੂਰਾ ਹੁੰਦਾ ਰਿਹਾ। ਸੋ ਇਹ ਸਭ ਦੇ ਦਰਮਿਆਨ ਸਥਿਤੀ ਇਹ ਹੋਈ ਕਿ ਕਿਤੇ ਨਾ ਕਿਤੇ ਚੰਡੀਗੜ੍ਹ ਦਾ ਕੇਂਦਰੀਕਰਨ ਹੋਣ ਲੱਗ ਪਿਆ। ਜਿਹੜੀ ਕੇਂਦਰੀਕਰਨ ਨੂੰ ਆਦਤ ਹੈ, ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਇੱਕੋ ਇੱਕ ਨਵੇਕਲੀ ਯੂਨੀਵਰਸਿਟੀ ਹੈ ਜਿਹੜੀ ਇਸ ਮਸਲੇ ਨੂੰ ਲੈ ਕੇ ਤੁਸੀਂ ਕਹਿ ਸਕਦੇ ਹੋ ਪੰਜਾਬ ਯੂਨੀਵਰਸਿਟੀ ਜਿਹੜੀ ਹੈ। ਸੋ ਉਸ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਅੱਜ ਪੰਜਾਬੀ ਨੂੰ ਬਾਹਰ ਕੀਤਾ ਜਾ ਰਿਹਾ, ਪੰਜਾਬ ਦੇ ਕਾਲਜਾਂ ਨੂੰ ਬਾਹਰ ਕੀਤਾ ਜਾ ਰਿਹਾ, ਉਹਦਾ ਪੂਰੀ ਤਰ੍ਹਾਂ ਕੇਂਦਰੀਕਰਨ ਕਰ ਦਿੱਤਾ ਗਿਆ। ਫਿਰ ਇੱਥੇ ਦੇ ਵਿਭਾਗਾਂ ਦਾ ਕੇਂਦਰੀਕਰਨ ਹੋ ਗਿਆ, ਫਿਰ ਇੱਥੇ ਦੇ ਸਾਡੇ ਕੋਟੇ ਨੂੰ ਖਤਮ ਕਰ ਦਿੱਤਾ ਗਿਆ। ਤੇ ਇੱਕ ਦੌਰ ਉਹ ਆਇਆ ਕਿ ਚੰਡੀਗੜ੍ਹ ਪੰਜਾਬੀ ਮੰਚ ਧਰਨੇ ਲਾਉਂਦਾ ਸੀ, ਰਾਜਨਾਥ ਸਿੰਘ ਕੋਲ ਮੰਗ ਪੱਤਰ ਜਾਂਦਾ, ਤੇ ਰਾਜਨਾਥ ਸਿੰਘ ਉਸ ਸਮੇਂ ਗ੍ਰਹਿ ਮੰਤਰੀ ਸੀ ਜਦੋਂ ਮੋਦੀ ਦਾ ਪਿਛਲਾ ਰਾਜ ਸੀ, ਤੇ ਉਹ ਜਵਾਬ ਦਿੰਦਾ ਕਿ ਅਸੀਂ ਚਿੱਠੀਆਂ ਦਾ ਜਵਾਬ ਤਾਂ ਪੰਜਾਬੀ 'ਚ ਦੇ ਦਾਂਗੇ, ਅਸੀਂ ਬੋਰਡਾਂ 'ਤੇ ਤਾਂ ਮਾੜੀ ਮੋਟੀ ਪੰਜਾਬੀ ਲਿਖ ਦਾਂਗੇ, ਪਰ ਪੰਜਾਬੀ ਲਾਗੂ ਨਹੀਂ ਕਰਾਂਗੇ। ਹੰਕਾਰ ਹੈ ਉਹਨਾਂ ਦਾ। ਤੇ ਉਸ ਤੋਂ ਬਾਅਦ ਦੂਸਰਾ ਗ੍ਰਹਿ ਮੰਤਰੀ ਆਉਂਦਾ ਅਮਿਤ ਸ਼ਾਹ, ਤੇ ਅਮਿਤ ਸ਼ਾਹ ਕਹਿੰਦਾ ਇੱਕ ਦੇਸ਼ ਇੱਕ ਭਾਸ਼ਾ,
ਕਮਾਲ ਹੈ। ਇਹ ਦੇਸ਼ ਸੂਬਿਆਂ ਦੇ ਆਧਾਰ ਤੇ ਬਣਿਆ ਦੇਸ਼ ਹੈ, ਜਿਹੜੇ ਹਰੇਕ ਸੂਬੇ ਦੀ ਆਪਣੀ ਭਾਸ਼ਾ ਹੈ, ਆਪਣੀ ਪਹਿਚਾਣ ਹੈ, ਆਪਣਾ ਪਹਿਰਾਵਾ, ਆਪਣਾ ਸੱਭਿਆਚਾਰ ਹੈ, ਆਪਣੀ ਦਿੱਖ ਹੈ, ਤੇ ਤੁਸੀਂ ਉਹਦੇ ਪਰ ਥੋਪੋਗੇ? ਤੁਸੀਂ ਇੱਕ ਭਾਸ਼ਾ ਨਾਲ ਸਾਰੇ ਦੇਸ਼ ਨੂੰ ਰੱਸਾਜਨ ਬਣਾਉਣਾ ਚਾਹੁੰਦੇ ਹੋ। ਸੋ ਇਸ ਲਈ ਇਹਨਾਂ ਨੂੰ ਲੱਗਦਾ ਕਿ ਚੰਡੀਗੜ੍ਹ ਨੂੰ ਅਸੀਂ ਇਸੇ ਤਰ੍ਹਾਂ ਕੇਂਦਰੀਕਰਨ ਬਣਾ ਕੇ ਯੂਟੀ ਮਤਲਬ ਕੇਂਦਰ ਸ਼ਾਸਿਤ ਪ੍ਰਦੇਸ਼, ਜਿਵੇਂ ਦੇਸ਼ ਦੇ ਵਿੱਚ ਸਾਡੇ ਬਾਕੀ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਉਵੇਂ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੈ। ਇਹ ਪੰਜਾਬ ਦੀ ਰਾਜਧਾਨੀ ਹੈ ਔਰ ਹਰਿਆਣਾ ਇਹਦੇ ਵਿੱਚ ਕੁਝ ਸਮੇਂ ਲਈ ਆਇਆ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਇਹਦਾ ਕੇਂਦਰੀਕਰਨ ਕਰ ਦੋਗੇ। ਆਪਣੇ ਦੋਵਾਂ ਦੇ ਵਿੱਚ ਕੋਈ ਮਸਲਾ ਹੋਵੇ ਤੇ ਆਪਾਂ ਨੂੰ ਲੱਗੇ ਕਿ ਆਪਾਂ ਭਾਈ ਲੜਨਾ ਨਹੀਂ ਆ, ਕਿਉਂਕਿ ਛੋਟਾ ਭਰਾ ਬੜਾ ਭਰਾ ਹੈ ਪੰਜਾਬ ਤੇ ਹਰਿਆਣਾ, ਉਹ ਕਹੇ ਕਿ ਆ ਕੇਂਦਰ ਵਿੱਚ ਸਿਆਣਾ ਬੰਦਾ ਲੈ, ਇਹਦੇ ਕੋਲ ਆਪਾਂ ਕਾਗਜ਼ ਰੱਖ ਦਿੰਦੇ ਆ, ਜਦੋਂ ਆਪਣਾ ਮਾਮਲਾ ਹੱਲ ਹੋ ਜਾਊਗਾ ਆਪਾਂ ਆਪਣੇ ਕਾਗਜ਼ ਵਾਪਸ ਲੈ ਲਾਂਗੇ। ਤੇ ਉਹ ਜਿਹਨੂੰ ਆਪਾਂ ਵਿੱਚ ਸਲਾਹਕਾਰ ਵਜੋਂ ਲਿਆ ਹੋਵੇ ਤੇ ਉਹ ਮਾਲਕ ਬਣਨ ਦੀ ਕੋਸ਼ਿਸ਼ ਕਰੇ, ਜਾਂ ਫਿਰ ਦੋ ਬਿੱਲੀਆਂ ਦੀ ਲੜਾਈ 'ਚ ਬਾਂਦਰ ਪੂਰੀ ਰੋਟੀ ਖਾਵੇ, ਐਕਤੀ ਬਾਂਦਰ ਨੂੰ ਪੂਰੀ ਰੋਟੀ ਨਹੀਂ ਖਾਣ ਦੇਵਾਂਗੇ। ਇਹ ਪੰਜਾਬ ਦਾ, ਚੰਡੀਗੜ੍ਹ ਵੀ ਪੰਜਾਬ ਦਾ, ਇਹਦੀ ਬੋਲੀ ਵੀ ਪੰਜਾਬੀ ਹੈ। ਪੰਜਾਬ ਦੇ 28 ਪਿੰਡ ਉਜਾੜ ਕੇ ਵਸਾਇਆ ਸ਼ਹਿਰ ਹੈ। ਪੰਜਾਬ ਦੇ 22 ਪਿੰਡ ਅੱਜ ਵੀ ਇਹ ਚੌਖੇ ਸਾਹ ਲੈ ਰਹੇ ਨੇ, ਧੜਕ ਰਹੇ ਨੇ, ਸੈਕਟਰਾਂ ਦੇ ਅੰਦਰ ਨੂੜ ਕੇ ਰੱਖੇ ਹੋਏ ਨੇ। ਤੁਸੀਂ ਪਹਿਲਾਂ ਸਾਡੇ 100 ਰੁਪਏ ਨੂੰ ਖੰਡ ਆਏ, ਪਹਿਲਾਂ ਖੇਤ ਕਬਜਾਏ ਹੈ, ਮੋਟਰਾਂ ਪੱਟੀਆਂ ਹੈ, ਇੱਥੋਂ ਬੰਬੀਆਂ ਪੱਟੀਆਂ ਹੈ, ਸਾਡੀਆਂ ਹਲਟਾਂ ਖਤਮ ਕੀਤੀਆਂ, ਸਾਡੇ ਖੇਤ ਕਿਸਾਨ ਬਾਹਰ ਕੀਤੇ, ਘਰਾਂ 'ਚੋਂ ਲੋਕ ਉਜਾੜੇ, ਤੇ ਅੱਜ ਤੁਸੀਂ ਬੋਲੀ ਉਜਾੜਨ ਤੇ ਆ ਗਏ। ਤੇ ਉਸ ਤੋਂ ਅੱਗੇ ਹੁਣ ਚੰਡੀਗੜ੍ਹ ਤੋਂ ਪੰਜਾਬੀਆਂ ਨੂੰ ਭਜਾਉਣ ਨੂੰ ਆ ਗਏ। ਹੁਣ ਕਹਿਣਗੇ ਅਮਿਤ ਸ਼ਾਹ ਦਾ ਵੱਡਾ ਐਲਾਨ ਕਰਕੇ ਗਿਆ, ਮੁਲਾਜ਼ਮਾਂ ਨੂੰ ਤੋਹਫਾ ਦੇ ਕੇ ਗਿਆ ਕਿ ਭਾਈ ਤੁਸੀਂ ਕੇਂਦਰ ਵਾਲੇ ਸਕੇਲਾਂ 'ਤੇ ਕੰਮ ਕਰੋਗੇ। ਭਾਈ ਉਹ ਤਾਂ ਪੰਜਾਬੀ 'ਚ ਅਰਥ ਸਮਝੋ। ਉਹ ਚੰਡੀਗੜ੍ਹ 'ਚ ਪੰਜਾਬ ਦੀ ਹਿੱਕ 'ਤੇ ਖੜ੍ਹ ਕੇ ਕਹਿ ਕੇ ਗਿਆ ਕਿ ਪੰਜਾਬੀ ਉਹ ਭੁੱਲ ਜਾਓ, ਚੰਡੀਗੜ੍ਹ ਨਾ ਪੰਜਾਬੀ ਤੁਹਾਡੀ ਨਾ ਚੰਡੀਗੜ੍ਹ ਤੁਹਾਡਾ, ਜੋ ਕਰਨਾ ਕਰ ਲਓ। ਸਾਡੀ ਅਣਖ ਨੂੰ ਵਿਗਾੜ ਕੇ ਗਿਆ, ਅਸੀਂ ਸੁੱਤੇ ਰਵਾਂਗੇ। ਕਿਹਨੇ ਲੜਨਾ ਹੁੰਦਾ? ਕਾਹਦੇ ਲਈ ਚੁਣਦੇ ਅਸੀਂ ਆਪਣੇ 117 ਐਮਐਲਏ? ਕਾਹਦੇ ਲਈ ਚੁਣਦੇ ਅਸੀਂ 13 ਮੈਂਬਰ ਪਾਰਲੀਮੈਂਟ? ਕਾਹਦੇ ਲਈ ਚੁਣਦੇ ਅਸੀਂ 7 ਰਾਜ ਸਭਾ ਮੈਂਬਰ, ਜੇ ਬੋਲਣਾ ਹੀ ਨਹੀਂ ਕਿਸੇ ਨੇ? ਲੰਮਾ ਸਮਾਂ ਪੰਜਾਬ ਦੇ ਵਿੱਚ ਅਕਾਲੀਆਂ ਦਾ, ਲੰਮਾ ਸਮਾਂ ਪੰਜਾਬ ਦੇ ਵਿੱਚ ਕਾਂਗਰਸੀਆਂ ਦਾ ਰਾਜ ਰਿਹਾ, ਜਿਸ 'ਚ ਬੀਜੇਪੀ ਵੀ ਭਾਈਵਾਲ ਬਣਦੀ ਆਈ। ਤੇ ਕਦੋਂ ਹੱਲ ਹੋਣਗੇ ਮਸਲੇ? ਇੱਕ ਦੌਰ ਸੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਸੀ, ਹਰਿਆਣਾ 'ਚ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਸੀ, ਦਿੱਲੀ ਦੇ ਵਿੱਚ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ। ਕਿਉਂ ਨਹੀਂ ਪੰਜਾਬ ਦੇ ਪਾਣੀ ਦਾ ਮਸਲਾ ਹੱਲ ਹੋਇਆ? ਕਿਉਂ ਨਹੀਂ ਪੰਜਾਬ ਦੇ ਪੰਜਾਬੀ ਬੋਲਦੇ ਖਿੱਤਿਆਂ ਦਾ ਮਸਲਾ ਹੱਲ ਹੋਇਆ? ਕਿਉਂ ਨਹੀਂ ਚੰਡੀਗੜ੍ਹ ਦਾ ਮਸਲਾ ਹੱਲ ਹੋਇਆ? ਇੱਕ ਦੌਰ ਸੀ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਹਰਿਆਣਾ ਦੇ ਵਿੱਚ ਚੌਟਾਲਿਆਂ ਦੀ ਸਰਕਾਰ ਸੀ, ਔਰ ਦਿੱਲੀ ਦੇ ਵਿੱਚ ਵਾਜਪਾਈ ਦੀ ਸਰਕਾਰ ਸੀ, ਪ੍ਰਧਾਨ ਮੰਤਰੀ ਸੀ। ਕਿਉਂ ਨਹੀਂ ਪਾਣੀਆਂ ਦੇ ਮਸਲੇ ਹੱਲ ਹੋਏ? ਕਿਉਂ ਨਹੀਂ ਚੰਡੀਗੜ੍ਹ ਦਾ ਮਸਲਾ ਹੱਲ ਹੋਇਆ? ਕਿਉਂ ਨਹੀਂ ਪੰਜਾਬੀ ਬੋਲਦੇ ਖਿੱਤਿਆਂ ਦਾ ਮਸਲਾ ਹੱਲ ਹੋਇਆ? ਇੱਕ ਦੌਰ ਆਇਆ ਪੰਜਾਬ 'ਚ ਬਾਦਲ ਸੀ, ਦਿੱਲੀ 'ਚ ਮੋਦੀ ਸੀ, ਕਿਉਂ ਨਹੀਂ ਹੱਲ ਹੋਏ? ਸਾਡੇ ਨੁਮਾਇੰਦੇ ਜਿਹੜੇ ਵੀ ਲੋਕ ਸਭਾ ਰਾਜ ਸਭਾ ਲਈ ਅਸੀਂ ਭੇਜੇ, ਉਹ ਪਾਰਟੀ ਵੱਲੋਂ ਇੱਥੋਂ ਜਿੱਤਦੇ ਨੇ, ਪਰ ਐਮਪੀ ਬਣਨ ਤੋਂ ਬਾਅਦ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਨੇ। ਕਿ 13 ਦੇ 13 ਮੈਂਬਰ ਪਾਰਲੀਮੈਂਟ ਤੇ 7 ਦੇ 7 ਰਾਜ ਸਭਾ ਪੰਜਾਬ ਦੇ ਲਈ ਕਦੇ ਇਕੱਠੇ ਹੋ ਕੇ ਬੋਲੇ? ਕਦੇ ਚੰਡੀਗੜ੍ਹ ਲਈ ਇਕੱਠੇ ਹੋ ਕੇ ਬੋਲੇ? ਜੇ ਸੁਣੇ ਹੁਣ ਤਾਂ ਮੈਨੂੰ ਦੱਸ ਦਿਓ। ਕਦੇ ਨਹੀਂ ਇਕੱਠੇ ਹੁੰਦੇ। ਭੱਤੇ ਵਧਾਉਣੇ, ਤਨਖਾਹਾਂ ਲੈਣੀਆਂ ਹੈ, ਪਾਰਟੀ ਦੇ ਕੋਈ ਹੁਕਮ ਹੋ ਗਿਆ ਉਹਦੇ ਪਰ ਬੋਲਣਾ ਜ਼ਿਆਦਾ। ਬੀਬੀ ਹਰਸਿਮਰਤ ਕੌਰ ਬਾਦਲ ਮੈਂ ਸੁਣੀਆ ਬੋਲ ਰਹੀ ਸੀ, ਚੰਡੀਗੜ੍ਹ ਦਾ ਬੜਾ ਹੇਜ ਜਾਗਿਆ ਬੀਬੀ ਨੂੰ 3 ਦਿਨ ਪਹਿਲਾਂ। ਬੀਬੀ ਨੂੰ ਪੁੱਛੋ ਕਿ ਜਦੋਂ ਵਾਜਪਾਈ ਹੋਰਾਂ ਦੀ ਸਰਕਾਰ ਸੀ, ਸੁਖਦੇਵ ਸਿੰਘ ਢੀਂਡਸਾ ਵੀ ਉਹ 'ਚ ਮੰਤਰੀ ਰਿਹਾ। ਜਦੋਂ ਵਾਜਪਾਈ ਦੀ ਸਰਕਾਰ ਸੀ, ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਐਮਪੀ ਬਣਿਆ ਸੀ ਤੇ ਮੰਤਰੀ ਬਣਾਇਆ ਸੀਗਾ, ਕਿੰਨਾ ਕੁ ਬੋਲੇ ਸੀ? ਬੀਬੀ ਹਰਸਿਮਰਤ ਨੂੰ ਪੁੱਛੋ ਕਿ ਜਦੋਂ ਮੋਦੀ ਦੀ ਸਰਕਾਰ ਸੀ, ਤੁਸੀਂ ਉਹ 'ਚ ਮੰਤਰੀ ਸੀ, ਕਿੰਨਾ ਕੁ ਪੰਜਾਬ ਦੇ ਲਈ ਹਰਾ ਨਾਰਾ ਮਾਰਿਆ? ਕਿੰਨਾ ਕੁ ਕਿਸਾਨਾਂ ਲਈ ਹਰਾ ਨਾਰਾ ਮਾਰਿਆ? ਕਿੰਨਾ ਕੁ ਪੰਜਾਬੀ ਬੋਲੀ ਲਈ ਚੰਡੀਗੜ੍ਹ ਲਈ ਹਰਾ ਨਾਰਾ ਮਾਰਿਆ? ਤੇ ਹੁਣ ਪੰਜਾਬੀ ਨਾਲ ਹੇਜ ਕਿਉਂ? ਇਹ ਇਤਿਹਾਸ ਹੈ ਵੀਰ ਮੇਰੇ, ਕਿ ਜਦੋਂ ਲੋਕ ਸੱਤਾ 'ਚ ਹੁੰਦੇ ਨੇ ਤਾਂ ਕੁਰਸੀ ਦਾ ਫਿਕਰ ਹੁੰਦਾ ਔਰ ਦਿੱਲੀ ਦਾ ਫਿਕਰ ਹੁੰਦਾ। ਜਦੋਂ ਲੋਕ ਸੱਤਾ ਤੋਂ ਬਾਹਰ ਹੁੰਦੇ ਨੇ ਫਿਰ ਲੋਕਾਂ ਦਾ ਫਿਕਰ ਵੀ ਜਾਗਦਾ, ਫਿਰ ਪੰਜਾਬ ਦਾ ਹੇਜ। ਖਾਸ ਕਰ ਅਕਾਲੀ ਦਲ ਦਾ ਤਾਂ ਇਹ ਆ ਵੀ ਜਦੋਂ ਸੱਤਾ ਤੋਂ ਬਾਹਰ ਹੁੰਦੇ ਨੇ ਉਦੋਂ ਪੰਜਾਬ ਦਾ ਫਿਕਰ ਬਹੁਤ ਹੁੰਦਾ। ਬਿਲਕੁਲ, ਇਸ ਮੌਕੇ ਉਹਨਾਂ ਨੂੰ ਕਿਸਾਨਾਂ ਦਾ ਫਿਕਰ ਵੀ ਹੈ, ਇਸ ਮੌਕੇ ਨੂੰ ਪੰਜਾਬੀ ਦਾ ਫਿਕਰ ਵੀ ਹੈ, ਚੰਡੀਗੜ੍ਹ ਦਾ ਫਿਕਰ ਵੀ ਹੈ। ਪਹਿਲਾਂ ਕਿਉਂ ਨਹੀਂ ਬੋਲੇ? 117 ਐਮਐਲਏ ਕਾਹਦੇ ਲਈ ਚੁਣਿਆ? ਇਸ ਵਾਰ ਲੋਕਾਂ ਨੇ ਲੋਕ ਨੁਮਾਇੰਦੇ ਚੁਣ ਕੇ ਭੇਜੇ। ਇੱਕ ਪਾਰਟੀ ਦੀ ਲਹਿਰ ਚੱਲਦੀ ਆ, 92 ਐਮਐਲਏ ਆਉਂਦੇ ਨੇ। ਉਸ ਲਹਿਰ ਦੇ ਵਿੱਚ ਵੀ ਜੇ ਖਹਿਰਾ ਜਿੱਤ ਰਿਹਾ, ਉਸ ਲਹਿਰ ਦੇ ਵਿੱਚ ਵੀ ਜੇ ਪ੍ਰਗਟ ਸਿੰਘ ਜਿੱਤ ਰਿਹਾ, ਇਹਦਾ ਮਤਲਬ ਲੋਕਾਂ ਨੇ ਸੋਚਿਆ ਕਿ ਇਹ ਵੀ ਸਾਡੇ ਲਈ ਬੋਲਦੇ ਨੇ। ਪਰ 117 ਐਮਐਲਏ ਅਮਿਤ ਸ਼ਾਹ ਦੇ ਬਿਆਨ ਤੇ ਕੋਈ ਬੋਲਦਾ ਸੁਣਿਆ? ਜੇ ਕਿਸੇ ਦੀ ਆਵਾਜ਼ ਆਈ ਉਹ ਮੈਨੂੰ ਦੱਸ ਦਿਓ। ਸਾਡੇ ਤਾਂ ਮੁੱਖ ਮੰਤਰੀ ਦਾ ਦੂਜੇ ਦਿਨ ਟਵੀਟ ਆਉਂਦਾ। ਨਹੀਂ, ਇੱਦਾਂ ਨਹੀਂ। ਇਹ ਤੁਸੀਂ ਬਹੁਤ ਵੱਡੀ ਗੱਲ ਕੀਤੀ। ਟਵੀਟ ਕੀਤਾ ਨਾ ਮੁੱਖ ਮੰਤਰੀ ਸਾਹਿਬ ਨੇ, ਧੰਨਵਾਦ ਕਰਨਾ ਬਣਦਾ ਉਹਨਾਂ ਦਾ ਕਿ ਉਹਨਾਂ ਟਵੀਟ ਕੀਤਾ। ਇਹ ਵੱਖਰੀ ਗੱਲ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ 25,000 ਨੌਕਰੀਆਂ ਪਿੱਛੇ ਵੀਡੀਓ ਜਾਰੀ ਕਰਦੇ ਨੇ। ਸਾਡੇ ਮੁੱਖ ਮੰਤਰੀ ਸਾਹਿਬ 35,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਵੀਡੀਓ ਜਾਰੀ ਕਰਦੇ ਨੇ। ਸਾਡੇ ਮੁੱਖ ਮੰਤਰੀ ਸਾਹਿਬ ਵਿਧਾਇਕਾਂ ਦੀ ਪੈਨਸ਼ਨ ਹਟਾਉਣ ਦੀ ਵੀਡੀਓ ਜਾਰੀ ਕਰਦੇ ਨੇ। ਸਾਡੇ ਮੁੱਖ ਮੰਤਰੀ ਸਾਹਿਬ ਪ੍ਰਾਈਵੇਟ ਸਕੂਲਾਂ ਨੂੰ ਨਕੇਲ ਪਾਉਣ ਦੇ ਲਈ ਸ਼ਾਬਾਸ਼ੀ ਵੀਡੀਓ ਜਾਰੀ ਕਰਦੇ ਨੇ। ਪਰ ਜਦੋਂ ਚੰਡੀਗੜ੍ਹ ਦਾ ਮਸਲਾ ਆਵੇ, ਪੰਜਾਬ ਦੀ ਹੋਂਦ ਦਾ ਮਸਲਾ ਆਵੇ, ਤਾਂ ਟਵੀਟ ਕਰਦੇ ਨੇ। ਟਵੀਟ ਤੇ ਜਿੱਤਾਂਗੇ ਅਸੀਂ ਪੰਜਾਬੀ ਦੀ ਲੜਾਈ, ਚੰਡੀਗੜ੍ਹ ਦੀ ਲੜਾਈ ਟਵੀਟ ਨਾਲ ਜਿੱਤੀ ਜਾਏਗੀ। ਕਿਉਂ ਨਹੀਂ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਧਰਨਿਆਂ 'ਚੋਂ ਜਨਮੀ ਪਾਰਟੀਆਂ, ਕੇਜਰੀਵਾਲ ਦੀ ਸਰਕਾਰ ਵੀ ਧਰਨਿਆਂ 'ਚੋਂ ਬਣੀ ਔਰ ਆਹ ਕਿਸਾਨ ਅੰਦੋਲਨ ਸਦਕਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ? ਕਿਉਂ ਨਹੀਂ ਕਿਹਾ ਕਿ ਅਮਿਤ ਸ਼ਾਹ ਜੀ ਮੈਂ ਫੇਰ ਆਉਣਾ, ਮੋਦੀ ਜੀ ਮੈਂ ਫੇਰ ਆਉਣਾ? ਪਹਿਲਾਂ ਵੀ ਗੁਲਦਸਤਾ ਦਿੱਤਾ, ਇੱਕ ਗੁਲਦਸਤਾ ਹੋਰ ਲੈ ਜਾਂਦੇ ਕਿ ਮੈਂ ਆ ਰਿਹਾ ਧਰਨਾ ਲਾਉਣ, ਕਿ ਜੇ ਨਹੀਂ ਸੁਣੋਗੇ। ਕਿਉਂ ਨਹੀਂ 117 ਐਮਐਲਏ ਨੂੰ ਕਿਹਾ ਕਿ ਚਲੋ ਮੇਰੇ ਨਾਲ? ਕਿਉਂ ਨਹੀਂ ਸਰਬ ਪਾਰਟੀ ਬੈਠਕ ਬੁਲਾਈ? 92 ਐਮਐਲਏ ਆਮ ਆਦਮੀ ਪਾਰਟੀ ਦੇ। ਕਿਹਦੇ ਨੁਮਾਇੰਦੇ ਰਹੇ ਹੋ?
ਲੋਕਾਂ ਨੇ ਚੁਣੇ ਨੇ ਕਿ ਇੱਕ ਸਾਡੀ ਆਵਾਜ਼ ਇਹ ਬਣਨਗੇ। ਜੇਕਰ ਪਹਿਲੇ ਲੋਕ ਨਹੀਂ ਬਣੇ ਤਾਂ ਹੀ ਲੋਕਾਂ ਨੇ ਧੋਤੇ। ਬਾਦਲਾਂ ਦੇ 5 ਮੈਂਬਰ ਲੜੇ, 4 ਧੋਤੇ। ਚੰਨੀ 2 ਥਾਂ ਤੋਂ ਲੜੇ, ਧੋਤੇ। ਮਜੀਠੀਆ ਆ ਦੂਜਾ ਸਿੱਧੂ ਸਾਰੇ ਘਰੇ ਬਿਠਾਤੇ। ਕਿਉਂ ਬਿਠਾਏ? ਕਿਉਂਕਿ ਉਹ ਲੋਕਾਂ ਦੀ ਆਵਾਜ਼ ਨਹੀਂ ਬਣ ਰਹੀ ਸੀ, ਲੋਕਾਂ ਲਈ ਨਹੀਂ ਕੰਮ ਕਰ ਰਹੀ ਸੀ। ਹੁਣ ਤੁਹਾਨੂੰ ਚੁਣਿਆ, 92 ਦੇ 92 ਨਹੀਂ ਬੋਲੇ। ਰਾਘਵ ਚੱਡਾ ਦੀ ਫੋਟੋ ਕੈਟਵਾਕ ਕੀ ਕਹਿੰਦੇ ਹੁੰਦੇ ਉਹਨੂੰ, ਹਾਂ ਜੋ ਵੀ ਹੈ ਉਹ ਹੈ ਨਾ, ਉਹ ਕਰ ਰਿਹਾ ਤੇ ਉਹ ਬੁੱਲਾਂ ਤੇ ਲਿਪਸਟਿਕ ਲੱਗੀ ਫੋਟੋ। ਹੋ ਸਕਦਾ ਰਾਘਵ ਚੱਡਾ ਦੇ ਬੁੱਲ ਤਾਂ ਲਿਪਸਟਿਕ ਕਰਕੇ ਜੁੜ ਗਏ ਹੋਣ, ਪਰ ਆ 117 ਐਮਐਲਏ ਦੇ ਬੁੱਲ ਕਿਉਂ ਜੁੜੇ ਨੇ ਭਾਈ? ਚੇਪੀ ਲੱਗੀ ਆ, ਕੋਈ ਜਿੱਪ ਲੱਗੀ ਆ? ਕਿਹਨੇ ਮੂੰਹ ਬੰਦ ਕੀਤਾ? ਕਿਉਂ ਨਹੀਂ ਬੋਲੇ ਇਸ ਮਸਲੇ ਤੇ? ਸਵਾਲ ਹੋਏਗਾ। ਕਿਉਂਕਿ ਇਹ ਲੋਕ ਕਦੇ ਵੀ ਪੰਜਾਬ ਦੇ ਨਹੀਂ ਬਣੇ। ਅਸੀਂ ਬੜਾ ਚੁਣਦੇ ਹਾਂ ਕਿ ਲਓ ਜੀ ਪੰਜਾਬ ਸਰਕਾਰ ਬਣ ਗਈ ਬਾਦਲਾਂ ਦੀ, ਪੰਜਾਬ ਸਰਕਾਰ ਬਣ ਗਈ ਕੈਪਟਨ ਦੀ, ਪੰਜਾਬ ਸਰਕਾਰ ਬਣ ਗਈ ਭਗਵੰਤ ਮਾਨ ਦੀ। ਪਰ ਵੀਰ ਮੇਰੇ, ਤੁਸੀਂ ਵੀ ਲੰਮੇ ਸਮੇਂ ਤੋਂ ਪੱਤਰਕਾਰੀ 'ਚੋਂ ਕਦੇ ਝਾਤ ਮਾਰ ਕੇ ਦੇਖੋ, ਕਦੇ ਪੰਜਾਬ ਦੀ ਸਰਕਾਰ ਬਣੀ ਆ? ਸਰਕਾਰ ਕਿਹਦੀ ਬਣੀ? ਕਦੇ ਸਰਕਾਰ ਇੰਦਰਾ ਦੀ ਬਣਦੀ ਆ, ਕਦੇ ਸਰਕਾਰ ਵਾਜਪਾਈ ਦੀ ਬਣਦੀ ਆ, ਕਦੇ ਸਰਕਾਰ ਮੋਦੀ ਦੀ ਬਣਦੀ ਆ, ਕਦੇ ਸੋਨੀਆ ਗਾਂਧੀ ਰਾਹੁਲ ਗਾਂਧੀ ਦੀ ਬਣਦੀ ਆ, ਇੱਕ ਕੇਜਰੀਵਾਲ ਦੀ ਬਣ ਗਈ। ਪੰਜਾਬ ਦੀ ਸਰਕਾਰ ਕਿੱਥੇ ਆ? ਜੇ ਪੰਜਾਬ ਦੀ ਸਰਕਾਰ ਹੁੰਦੀ ਤਾਂ ਅੱਜ ਚੰਡੀਗੜ੍ਹ ਪੰਜਾਬੀ ਮੰਚ ਦੇ ਧਰਨੇ 'ਚ 117 ਐਮਐਲਏ ਬੈਠੇ ਹੁੰਦੇ, ਤੁਹਾਡੇ 13 ਮੈਂਬਰ ਪਾਰਲੀਮੈਂਟ ਬੈਠੇ ਹੁੰਦੇ, 7 ਰਾਜ ਸਭਾ ਬੈਠੇ ਹੁੰਦੇ। ਇਹ ਲੋਕਾਂ ਲਈ ਨਹੀਂ ਲੜਦੇ। ਚੰਡੀਗੜ੍ਹ ਨੇ ਤਾਂ ਬਦਲਾਅ ਕੀਤਾ। ਐਕਟੀ ਪਹਿਲੀ ਵਾਰ ਸਭ ਤੋਂ ਵੱਧ ਪੰਜਾਬੀ ਮੂਲ ਦੇ ਐਮਸੀ ਜਿਤਾ ਕੇ ਭੇਜੇ ਨੇ, ਜਿਹੜੇ ਸਰਕਾਰ ਵਰਗਾ ਇੱਥੇ ਦਾ ਨਗਰ ਨਿਗਮ ਇੱਕ ਵੀ ਐਮਸੀ ਨਹੀਂ ਆਇਆ ਇੱਥੇ। ਕਿਉਂ ਨਹੀਂ ਆਇਆ? ਕਿਉਂਕਿ ਇਹਨਾਂ ਨੂੰ ਇੱਕ ਤਾਂ ਦਿੱਲੀ ਨਾਲ ਵਿਗਾੜ ਨਹੀਂ ਚੰਗਾ। ਸੱਤਾ ਨੂੰ ਲੱਗਦਾ ਕਿ ਦਿੱਲੀ ਨਾਲ ਵਿਗਾੜ ਕੇ ਨਹੀਂ ਚੱਲਣਾ। ਡਰ ਹੈ, ਈਡੀ ਦਾ ਡਰ ਹੈ, ਇਨਕਮ ਟੈਕਸ ਦਾ ਡਰ ਹੈ, ਛਾਪਿਆਂ ਦਾ ਡਰ ਹੈ, ਕਿ ਕਿਸੇ ਦਾ ਭਾਣਜੇ ਦਾ ਡਰ ਹੈ, ਕਿਸੇ ਨੂੰ ਭਤੀਜੇ ਦਾ ਡਰ ਹੈ, ਕਿਸੇ ਨੂੰ ਘੜੀ ਦਾ ਡਰ ਹੈ, ਕਿਸੇ ਨੂੰ ਪੈਸਿਆਂ ਦਾ ਡਰ ਹੈ, ਕਿਸੇ ਨੂੰ ਵਜੀਫਿਆਂ ਦਾ ਡਰ ਹੈ, ਕਿਸੇ ਨੂੰ ਖੱਡਾਂ ਦਾ ਡਰ ਹੈ। ਆਪਣੇ ਘੁਟਾਲਿਆਂ ਤੋਂ ਡਰਦੇ ਨੇ, ਆਪਣੀਆਂ ਚੋਰੀਆਂ ਤੋਂ ਡਰਦੇ ਨੇ, ਤਾਂ ਹੀ ਲੋਕਾਂ ਲਈ ਨਹੀਂ ਬੋਲਦੇ। ਇਸ ਲਈ ਵੱਡਾ ਮਸਲਾ ਹੈ ਕਿ ਲੋਕਾਂ ਲਈ ਨਹੀਂ ਲੜਦੇ ਲੀਡਰ, ਤੇ ਫਿਰ ਲੋਕ ਆਪਣੀ ਲੜਾਈ ਆਪ ਲੜਦੇ ਨੇ। ਪਰ ਭਾਈ ਭਗਵੰਤ ਮਾਨ ਤਾਂ ਬਹੁਤ ਕਹਿੰਦੇ ਨੇ ਕਿ ਮੈਂ ਇਮਾਨਦਾਰ ਹਾਂ, ਪਰ ਉਹਨਾਂ ਨੂੰ ਫਿਰ ਕਿਹਦਾ ਡਰ ਆ? ਇੰਨਾ ਸੋਚਣਾ ਕਿਉਂ ਪੈ ਗਿਆ ਕਿ ਦੂਜੇ ਦਿਨ ਟਵੀਟ ਵੀ ਸਿਰਫ ਦੂਜੇ ਦਿਨ ਜਾਰੀ ਹੁੰਦਾ? ਕਿਉਂ ਸੋਚਣਾ ਪੈ ਗਿਆ? ਕਿਹਦੀ ਇਜਾਜ਼ਤ ਲੈਣੀ ਪੈਗੀ? ਨਹੀਂ, ਮੈਂ ਤਾਂ ਹੀ ਤਾਂ ਕਹਿ ਰਿਹਾ ਕਿ ਦੇਖੋ, ਇੱਕ ਤਾਂ ਹੈਗੇ ਪੰਜਾਬ ਦੇ ਕੰਮ ਕਰਨ ਵਾਲੇ, ਉਹਨਾਂ 'ਚ ਭਗਵੰਤ ਮਾਨ ਨੰਬਰ 1 ਨੇ ਇਸ ਤੋਂ, ਇਹ ਤੁਹਾਨੂੰ ਕਹਿਣਾ ਪਏਗਾ। ਜਿਹੜੀਆਂ ਸਰਕਾਰਾਂ 3-3 ਸਾਲ ਬਾਅਦ ਜਾ ਕੇ ਫੈਸਲੇ ਲੈਂਦੀਆਂ ਸੀ, ਉਹ ਪਹਿਲੇ ਦਿਨ ਤੋਂ 5 ਸੂਬਿਆਂ ਦੇ ਨਤੀਜੇ ਆਏ ਸੀ, 4 ਸੂਬਿਆਂ 'ਚ ਅਜੇ ਤੈਅ ਵੀ ਨਹੀਂ ਹੋ ਰਹੇ ਸੀ ਮੁੱਖ ਮੰਤਰੀ ਕੌਣ ਬਣੂ। ਇੱਥੇ ਕੈਬਨਿਟ ਵੀ ਬਣ ਗਈ ਸੀ, ਇੱਥੇ ਐਲਾਨ ਵੀ ਹੋਣੇ ਸ਼ੁਰੂ ਹੋ ਗਏ ਸੀ, ਇੱਥੇ ਸੈਸ਼ਨ ਵੀ ਬੁਲਾ ਲਿਆ ਗਿਆ ਸੀ, ਕੰਮ ਹੋ ਰਹੇ ਨੇ। ਪਰ ਉਹ ਕੰਮ ਉਸੇ ਤੁਰੰਤ ਨਾਲ ਹੁੰਦੇ ਨੇ ਜਦੋਂ ਕੋਈ ਪੰਜਾਬ ਦਾ ਮੁੱਦਾ ਹੁੰਦਾ, ਤਦੇ ਕੋਈ ਲੋਕ ਲਵਾਉਣਾ ਫੈਸਲਾ ਸਾਹਮਣੇ ਆ ਜਾਂਦਾ ਕਿ ਉਹ ਮੁੱਦਾ ਠੰਡਾ ਹੋ ਜਾਵੇ। ਰਾਜ ਸਭਾ ਵਾਲਾ ਜਿਹੜੇ ਰਾਜ ਸਭਾ ਮੈਂਬਰ ਭੇਜੇ ਨੇ, ਕਿ ਉਹ ਪੰਜਾਬ ਦਾ ਨਕਸ਼ਾ ਹੈਗੇ ਨੇ? ਚੈੱਕ ਕਰਕੇ ਦੇਖ ਲਓ ਜੇਕਰ ਪੰਜਾਬ ਦਾ ਨਕਸ਼ਾ ਲੱਗਦੇ ਹੋਣ। ਹੁਣ ਸਵਾਲ ਆਉਂਦਾ ਕਿ ਬਾਈ ਪਹਿਲਾਂ ਜਿਹੜੇ ਗਏ ਸੀ ਉਹਨਾਂ ਨੇ ਕੀ ਕੀਤਾ? ਉਹ ਭਾਈ ਜੇ ਪਹਿਲਾਂ ਸਾਡੇ ਨਹੀਂ ਬਣੇ ਤਾਂ ਹੀ ਅਸੀਂ ਬਦਲਾ ਲਿਆਂਦਾ। ਜੇ ਇਹਨਾਂ ਨੇ ਵੀ ਉਸੇ ਰਾਹ ਤੇ ਚੁਣਨਾ, ਫਿਰ ਬਦਲਾਅ ਦਾ ਕੀ ਫਾਇਦਾ? ਫਿਰ ਇਹਨਾਂ ਨੂੰ ਚੁਣਨ ਦਾ ਕੀ ਫਾਇਦਾ? ਤੁਲਨਾ ਮਨਮੋਹਨ ਸਿੰਘ ਨਾਲ ਕਰਦੇ ਨੇ, ਕਹਿੰਦੇ ਉਹ ਵੀ ਤਾਂ ਅਸਾਮ ਤੋਂ ਗਏ ਸੀ। ਮੈਂ ਕਹਿੰਦਾ ਮਨਮੋਹਨ ਸਿੰਘ ਅਸਾਮ ਤੋਂ ਛੱਡ ਕਿਸੇ ਤੋਂ ਜਾਵੇ, ਪਰ ਘੱਟੋ ਘੱਟ ਜਿਹੜੇ ਕਹਿੰਦੇ ਨੇ ਕਿ ਅਸੀਂ ਪੰਜਾਬ ਦੀ ਲੜਾਈ ਲੜਨੀ ਆ, ਉਹ ਤਾਂ ਪੰਜਾਬ ਤੋਂ ਚੁਣ ਲੈਂਦੇ। ਕਿ ਰਾਘਵ ਚੱਡਾ ਹੁਣ ਪੰਜਾਬ ਲਈ ਬੋਲੇਗਾ ਜਾਂ ਪੰਜਾਬੀ 'ਚ ਬੋਲੇਗਾ? ਕਿ ਸੰਦੀਪ ਪਾਠਕ ਪੰਜਾਬ ਲਈ ਬੋਲੇਗਾ ਕਿ ਪੰਜਾਬੀ 'ਚ ਬੋਲੇਗਾ? ਇਸੇ ਤਰ੍ਹਾਂ ਤੁਸੀਂ ਕੀ ਸਮਝਦੇ ਹੋ ਹਰਭਜਨ ਮਾਨ ਭੱਜੀ ਪੰਜਾਬ ਦੀ ਨੁਮਾਇੰਦਗੀ ਕਰੇਗਾ? ਉਹ ਕਾਰਪੋਰੇਟ ਘਰਾਣਿਆਂ ਦਾ ਚਿਹਰਾ, ਉਹ ਵੀ ਇੱਕ ਵਪਾਰਕ ਚਿਹਰਾ। ਤੇ ਜਿਹੜਾ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਸਰਕਾਰੀ ਸਕੂਲ, ਸਰਕਾਰੀ ਹਸਪਤਾਲਾਂ ਨੂੰ ਨੁਮਾਇੰਦਗੀ ਦੇਣੀ ਆ, ਤੇ ਯੂਨੀਵਰਸਿਟੀਆਂ ਵਾਲਿਆਂ ਨੂੰ, ਠੇਕੇਦਾਰਾਂ ਨੂੰ ਭੇਜ ਰਹੇ ਹੋ, ਬਿਲਡਿੰਗਾਂ ਦੇ ਠੇਕੇਦਾਰਾਂ ਨੂੰ ਭੇਜ ਰਹੇ ਹੋ, ਉਹ ਪੰਜਾਬ ਦੀ ਨੁਮਾਇੰਦਗੀ ਕਰਨਗੇ, ਪੰਜਾਬ ਦੇ ਸਰਕਾਰੀ ਸਕੂਲਾਂ ਲਈ ਚੰਗਾ ਕਰਨਗੇ, ਕਿਹਦੇ ਲਈ ਬੋਲਣਗੇ? ਸੋ ਇਸੇ ਲਈ ਫਿਕਰ ਆ ਕਿ ਜੋ ਗਲਤੀਆਂ ਬਾਕੀ ਕਰਦੇ ਸੀ, ਬਾਕੀ ਤਾਂ ਪੰਜਾਬੀ ਮੂਲ ਦੇ ਭੇਜ ਕੇ ਵੀ ਸਾਡੇ ਨਹੀਂ ਹੋਏ, ਤੇ ਇਸ ਲਈ ਲੋਕ ਕਹਿੰਦੇ ਕਿ ਐਕਟੀ ਸੁਣ ਲਓ। ਭਾਈ ਮੇਰੀ ਬੇਨਤੀ ਆ ਕਿ ਭਗਤ ਇਕੱਲੇ ਬੀਜੇਪੀ 'ਚ ਨਹੀਂ ਹੁੰਦੇ। ਸੋ ਭਗਤਾਂ ਨੂੰ ਮੇਰੀ ਬੇਨਤੀ ਆ ਕਿ ਜੇ ਭਗਤ ਬਣਨਾ ਤਾਂ ਪਾਰਟੀਆਂ ਦੇ ਨਾ ਬਣੋ, ਲੀਡਰਾਂ ਦੇ ਨਾ ਬਣੋ, ਪੰਜਾਬ ਦੇ ਬਣੋ। ਜੇ ਪੰਜਾਬ ਦੇ ਬਣੋਗੇ ਤਾਂ ਤੁਸੀਂ ਸਹੀ ਨੂੰ ਸਹੀ, ਸਰਕਾਰ ਸਹੀ ਫੈਸਲੇ ਲੈ ਰਹੀ, ਉਹਦੀ ਤਾਰੀਫ ਆ। ਪਰ ਸਰਕਾਰ ਜਦੋਂ ਪੰਜਾਬ ਵਾਲੇ ਮੁੱਦੇ ਤੇ ਨਹੀਂ ਬੋਲੇਗੀ ਤਾਂ ਸਵਾਲ ਉਹਨੂੰ ਵੀ ਹੋਣਗੇ। ਸਵਾਲ ਹਮੇਸ਼ਾ ਸੱਤਾ ਨੂੰ ਹੁੰਦੇ ਨੇ। ਜੇਕਰ ਪੰਜਾਬ ਦੇ ਮੁੱਦਿਆਂ ਦੇ ਉੱਤੇ ਅਕਾਲੀਆਂ ਨੇ ਔਰ ਕਾਂਗਰਸੀਆਂ ਨੇ ਕੰਮ ਕੀਤਾ ਹੁੰਦਾ ਤਾਂ ਦੁਬਾਰਾ ਸੱਤਾ 'ਚ ਹੁੰਦੇ। ਸੋ ਇਸ ਲਈ ਲੋਕਾਂ ਨੇ ਤਾਂ ਉਹ ਹਰਾ ਤੇ ਤੁਸੀਂ ਪੰਜਾਬ ਦੇ ਨਹੀਂ ਬਣੇ, ਤੇ ਜਿਨ੍ਹਾਂ ਨੂੰ ਪੰਜਾਬ ਨੇ ਆਸ ਨਾਲ ਚੁਣਿਆ, ਹੁਣ ਜੇ ਉਹ ਵੀ ਪੰਜਾਬ ਨਾਲ ਨਹੀਂ ਬਣਨਗੇ ਫਿਰ ਕੌਣ ਲੜੇਗਾ ਲੜਾਈ? ਸੋ ਇਸ ਲਈ 117 ਐਮਐਲਏਆਂ ਤੋਂ, ਪੰਜਾਬ ਦੇ 13 ਮੈਂਬਰ ਪਾਰਲੀਮੈਂਟਾਂ ਤੋਂ, 7 ਰਾਜ ਸਭਾ ਮੈਂਬਰਾਂ ਤੋਂ ਔਰ ਵੱਖੋ-ਵੱਖ ਪਾਰਟੀਆਂ ਦੇ ਲੀਡਰਾਂ ਤੋਂ ਕੋਈ ਆਸ ਨਹੀਂ। ਕੋਈ ਲੋਕ ਸਭਾ 'ਚ ਬੋਲ ਕੇ ਆਪਣੀ ਹਾਜ਼ਰੀ ਲਵਾ ਰਿਹਾ, ਕੋਈ ਟਵੀਟ ਕਰਕੇ ਹਾਜ਼ਰੀ ਲਵਾ ਰਿਹਾ, ਕੋਈ 2.5 ਮਿੰਟ ਦੀ ਪ੍ਰੈਸ ਕਾਨਫਰੰਸ ਕਰਕੇ ਹਾਜ਼ਰੀ ਲਵਾ ਰਿਹਾ, ਕੋਈ ਮੀਟਿੰਗ ਬੁਲਾ ਕੇ ਹਾਜ਼ਰੀ ਲਵਾ ਰਿਹਾ, ਪਰ ਲੜਨ ਲਈ ਕੋਈ ਨਹੀਂ ਤਿਆਰ। ਧਰਾਤਲ ਤੇ ਆ ਕੇ ਕੋਈ ਨਹੀਂ ਤਿਆਰ। ਹਾਂ, ਜਦੋਂ ਚੋਣਾਂ 'ਚ ਸਾਲ ਕੁ ਰਹਿ ਜਾਊਗਾ ਫਿਰ ਇਹਨਾਂ ਧਰਨਿਆਂ 'ਚ ਵੀ ਤੁਹਾਨੂੰ ਦਿਖ ਜਾਣਗੇ। ਇਸ ਲਈ ਇਹ ਲੋਕਾਂ ਦੇ ਨੁਮਾਇੰਦੇ ਨਹੀਂ, ਇਹ ਕੁਰਸੀ ਦੇ, ਸੱਤਾ ਦੇ ਔਰ ਦਿੱਲੀ ਦੇ ਨੁਮਾਇੰਦੇ ਨੇ। ਅੱਛਾ, ਪਰ ਭਾਈ ਜਿਵੇਂ ਤੁਸੀਂ ਦੱਸਿਆ ਕਿ ਨਾ ਕੋਈ ਰਾਜ ਸਭਾ ਮੈਂਬਰ ਬੋਲਦਾ, ਨਾ ਲੋਕ ਸਭਾ ਮੈਂਬਰ ਬੋਲਦਾ, 117 ਵਿਧਾਇਕ ਵੀ ਖਾਮੋਸ਼ ਹੀ ਨੇ ਸਾਡੇ। ਪਰ ਜਿੰਨੀ ਅਗਰੈਸਿਵਲੀ ਬੀਜੇਪੀ ਆ ਰਹੀ ਆ, ਅਮਿਤ ਸ਼ਾਹ, ਮੋਦੀ ਚੱਲ ਰਹੇ ਨੇ, ਤੁਹਾਨੂੰ ਕੀ ਲੱਗਦਾ ਵਰਤਾਰਾ ਕਿੱਥੇ ਜਾ ਕੇ ਰੁਕੇਗਾ? ਬਹੁਤ ਖਤਰਨਾਕ ਪਾਸੇ ਨੂੰ ਸਾਨੂੰ ਲਿਜਾਇਆ ਜਾ ਰਿਹਾ। ਪੰਜਾਬ ਦੇ ਵਿੱਚ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਜੀ ਨਰਿੰਦਰ ਮੋਦੀ ਨੂੰ ਸਿੱਖਾਂ ਨਾਲ ਬਹੁਤ ਮੋਹ ਆ, ਸਿੱਖੀ ਦਾ ਬਹੁਤ ਫਿਕਰ ਆ, ਪੰਜਾਬੀਆਂ ਨਾਲ ਬਹੁਤ ਪਿਆਰ ਕਰਦੇ ਨੇ। 7 ਕੈਮਰੇ ਲਾਉਂਦੇ ਨੇ ਸਿੱਖਾਂ ਨਾਲ ਮੋਹ ਦਿਖਾਉਣ ਲਈ। ਜਦੋਂ ਸਿੱਖ ਭਾਈਚਾਰੇ ਦੇ ਨੁਮਾਇੰਦੇ ਬੁਲਾਉਂਦੇ ਨੇ, 7 ਕੈਮਰੇ ਨਾਲ ਹੀ ਦਿਖਾਉਣਾ ਪੈ ਰਿਹਾ ਉਹਨੂੰ ਮੋਹ। ਇੱਦਾਂ ਨਹੀਂ ਮੋਹ ਹੁੰਦਾ।
ਮੋਹ ਕੰਮ ਕਰਕੇ ਦਿਖਾਉਣਾ ਹੁੰਦਾ। ਜੇਕਰ ਸਿੱਖੀ ਨਾਲ ਮੋਹ ਸੀ ਤਾਂ ਜਿੱਦਣ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਉਦਣ ਨਰਿੰਦਰ ਮੋਦੀ ਐਲਾਨ ਕਰਦਾ ਕਿ ਹੁਸੈਨੀਵਾਲਾ ਵਾਲਾ ਵਪਾਰ ਵੀ ਖੁੱਲੂਗਾ ਲਾਂਘੇ ਲਈ, ਬਾਘਾ ਬਾਰਡਰ ਵੀ ਖੁੱਲੂਗਾ। ਉਹ ਗੁਜਰਾਤ ਤੋਂ ਚੱਲੂਗਾ ਵਪਾਰ ਤੇ ਪੰਜਾਬ ਤੋਂ ਹਾਂ ਕਰ ਕਮਾਲ। ਉੱਧਰ ਵੀ ਤਾਂ ਪਾਕਿਸਤਾਨ ਨਾਲ ਉਹੀ ਬਾਰਡਰ ਆ। ਤੇ ਜਿੰਨਾ ਲਾਹੌਰ ਵਾਲਾ ਸਾਡਾ ਪੰਜਾਬੀ ਭਾਈਚਾਰਾ ਤੜਫਦਾ, ਉਨੀ ਪੰਜਾਬੀ ਇੱਧਰ ਵੀ ਤੜਫਦੀ ਆ। ਸੋ ਇਸ ਨੂੰ ਤੋੜਿਆ ਜਾ ਰਿਹਾ ਸਾਡੇ ਭਾਈਚਾਰੇ ਨੂੰ। ਫਿਰ ਪੰਜਾਬ 'ਚ ਇੱਕ ਮਾਹੌਲ ਸਿਰਜਿਆ ਜਾ ਰਿਹਾ ਕਿ ਉਰਦੂ ਦਾ ਮਤਲਬ ਮੁਸਲਮਾਨ, ਹਿੰਦੀ ਦਾ ਮਤਲਬ ਹਿੰਦੂ ਤੇ ਪੰਜਾਬੀ ਦਾ ਮਤਲਬ ਸਿੱਖ। ਉਹ ਭਾਈ ਭਾਸ਼ਾ ਕਦੇ ਵੀ ਕਿਸੇ ਜਾਤ ਦੀ ਨਹੀਂ ਹੁੰਦੀ, ਭਾਸ਼ਾ ਕਦੇ ਵੀ ਕਿਸੇ ਧਰਮ ਦੀ ਨਹੀਂ ਹੁੰਦੀ, ਭਾਸ਼ਾ ਕਦੇ ਵੀ ਕਿਸੇ ਫਿਰਕੇ ਦੀ ਨਹੀਂ ਹੁੰਦੀ। ਭਾਸ਼ਾ ਖਿੱਤੇ ਦੀ ਹੁੰਦੀ ਆ, ਭਾਸ਼ਾ ਇਲਾਕੇ ਦੀ ਹੁੰਦੀ ਆ, ਭਾਸ਼ਾ ਮਿੱਟੀ ਦੀ ਹੁੰਦੀ ਆ। ਪੰਜਾਬ 'ਚ ਜਨਮੇ ਹਰ ਵਿਅਕਤੀ ਦੀ ਭਾਸ਼ਾ ਪੰਜਾਬੀ ਆ ਔਰ ਹਰ ਪੰਜਾਬੀ ਨੂੰ ਸਮਝਣਾ ਪੈਣਾ। ਇੱਥੇ ਕੇਂਦਰ ਇੱਕ ਗੇਮ ਖੇਡਦਾ ਕਿ ਪੰਜਾਬ ਦੇ ਵਿੱਚ ਕਿਸੇ ਸਮੇਂ ਦੌਰ ਚੱਲਦਾ ਕਿ ਜੀ ਸ਼ਹਿਰੀ ਵਰਗ, ਹਿੰਦੂ ਵਰਗ, ਵਪਾਰੀ ਵਰਗ ਲਿਖਾ ਦਿਓ ਆਪਣੀ ਭਾਸ਼ਾ ਹਿੰਦੀ। ਉਹ ਸ਼ਰਮ ਕਰੋ ਓਏ, ਤੁਸੀਂ ਪੰਜਾਬ ਦੇ ਬੱਚੇ ਹੋ, ਪੰਜਾਬ ਦੀ ਮਿੱਟੀ ਦਾ ਉਹ ਗਿਆਨ ਖਾਂਦੇ ਹੋ ਤੇ ਬੋਲੀ ਹੋਰ ਲਿਖਾਓਗੇ। ਫਿਰ ਕੇਂਦਰ ਇੱਕ ਮਾਹੌਲ ਸਿਰਜਦਾ ਕਿ ਜੀ ਇਹ ਪੰਜਾਬੀ ਤਾਂ ਸਿੱਖਾਂ ਦੀ ਭਾਸ਼ਾ। ਉਹ ਭਾਈ ਇਹ ਹਮਲਾ, ਇਹ ਖੁਸ਼ ਨਾ ਹੋਵੋ। ਕਈ ਸਿੱਖ ਨੁਮਾਇੰਦੇ ਖੁਸ਼ ਹੋ ਜਾਂਦੇ ਨੇ ਭਾਈ, ਉਹ ਹਮਲਾ ਕਰ ਰਹੇ ਨੇ ਕਿ ਇਹਨੂੰ ਛੋਟੀ ਕਰਕੇ ਸੀਮਤ ਕਰ ਦਈਏ ਘੱਟ ਗਿਣਤੀ ਤੱਕ, ਉਸ ਤੋਂ ਬਾਅਦ ਸਮੇਟਾਂਗੇ ਇਹਨਾਂ ਨਾਲ। ਸੋ ਇਸ ਲਈ ਹਰ ਪੰਜਾਬੀ ਨੂੰ ਸਮਝਣਾ ਪੈਣਾ ਤੁਹਾਡੀ ਧਰਮ ਦੀ ਭਾਸ਼ਾ ਕੋਈ ਮਰਜ਼ੀ ਹੋਵੇ, ਕੋਈ ਪਹਿਲੂ ਨਹੀਂਗਾ। ਮਾਣ ਹੈ ਹਰ ਭਾਸ਼ਾ ਤੇ, ਸਾਨੂੰ ਮਾਣ ਹੈ ਹਰ ਭਾਸ਼ਾ ਦਾ ਸਤਿਕਾਰ। ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਬਹੁਤ ਭਾਸ਼ਾਵਾਂ ਸਿੱਖਣ ਪਰ ਆਪਣੀ ਮਾਂ ਬੋਲੀ ਮਾਰ ਕੇ। ਇਸ ਲਈ ਹਰ ਪੰਜਾਬੀ ਨੂੰ ਇਹਦੇ ਪਰ ਪਹਿਰਾ ਦੇਣਾ ਪੈਣਾ, ਹਰ ਪੰਜਾਬੀ ਨੂੰ ਖੜਨਾ ਪੈਣਾ। ਕੇਂਦਰ ਬਾਰ-ਬਾਰ ਹਮਲੇ ਕਰਦਾ। ਜਿਹੜੀ ਤੁਸੀਂ ਗੱਲ ਕਰਦੇ ਹੋ ਪੰਜਾਬ ਦੀ ਬੀਜੇਪੀ ਸੁਪਨੇ ਲੈਂਦੀ ਆ ਕਿ 2024 ਸਾਡਾ ਹੋਊਗਾ, 2027 ਵੀ ਸਾਡਾ ਹੋਊਗਾ। ਪਰ ਉਹ ਬੀਜੇਪੀ ਜਿਹੜੀ ਪੰਜਾਬ ਦੇ ਮੁੱਦਿਆਂ ਤੇ, ਨਾ ਕਿਸਾਨੀ ਮੁੱਦੇ ਤੇ ਪੰਜਾਬ ਨਾਲ ਖੜਦੀ ਆ, ਨਾ ਜਲ੍ਹਿਆਂਵਾਲੇ ਬਾਗ ਦਾ ਜਦੋਂ ਸੁੰਦਰੀਕਰਨ ਦੇ ਨਾਂ ਤੇ ਇਤਿਹਾਸ ਮਿਟਾ ਜਾਂਦਾ, ਨਾ ਉਹਦੇ ਨਾਲ ਖੜਦੀ ਆ। ਜਦੋਂ BSF ਦੇ ਰੂਪ 'ਚ ਪੰਜਾਬ ਤੇ ਕਬਜ਼ਾ ਕੀਤਾ, ਅੱਧਾ ਪੰਜਾਬ ਕੇਂਦਰ ਦੇ ਕੰਟਰੋਲ 'ਚ ਆ। ਭਗਵੰਤ ਮਾਨ ਸੋਚਦਾ ਮੇਰੀ ਸਰਕਾਰ। 50 ਕਿਲੋਮੀਟਰ ਦਾ ਮਤਲਬ ਅੱਧਾ ਪੰਜਾਬ ਕੇਂਦਰ ਦੇ ਕਬਜ਼ੇ ਹੇਠ ਆ। ਅੱਧੇ ਪੰਜਾਬ ਦਾ ਮਤਲਬ ਦਰਬਾਰ ਸਾਹਿਬ ਦਰਸ਼ਨੀ ਡਿਓੜੀ ਦੇ ਮੂਹਰੇ ਵੀ ਬਾਂਹ ਫੜ ਕੇ ਜਿਹਨੂੰ ਮਰਜ਼ੀ ਕੇਂਦਰ ਵਾਲੇ ਪੁੱਛ ਸਕਦੇ ਨੇ ਕਿੱਥੇ ਚੱਲਿਆ। ਜਲ੍ਹਿਆਂਵਾਲੇ ਬਾਗ ਦੇ ਦਰਸ਼ਨਾਂ ਕਰਨ ਲਈ ਵੀ ਕਿਹਨੂੰ ਪੁੱਛਦੇ ਨੇ, ਦੁਰਗਿਆਣਾ ਮੰਦਿਰ ਜਾਂਦੇ ਨੂੰ ਬਾਂਹ ਫੜਦੇ ਨੇ। ਅੱਧਾ ਪੰਜਾਬ ਦਾ ਮਤਲਬ ਉੱਥੇ ਤੱਕ ਆ ਗਿਆ 50 ਕਿਲੋਮੀਟਰ। ਤੇ ਪੰਜਾਬ ਦੇ ਵਿੱਚ ਦਿੱਲੀ ਦੀਆਂ ਇਹਨਾਂ ਧਿਰਾਂ ਨੂੰ ਕਿਸੇ ਸਰਕਾਰ ਨੂੰ ਪੁੱਛਣ ਦੀ ਲੋੜ ਨਹੀਂ, ਕਿਸੇ ਪੁਲਿਸ ਤੋਂ ਆਗਿਆ ਲੈਣ ਦੀ ਲੋੜ ਨਹੀਂ। ਜਿਹਨੂੰ ਲੋੜ ਪੁੱਛਣਾ, ਅੱਧਾ ਪੰਜਾਬ ਤਾਂ ਉਹਨਾਂ ਦੇ ਕੰਟਰੋਲ 'ਚ ਆ। ਔਰ BJP ਕਦੇ ਵੀ ਪੰਜਾਬ ਦੇ ਮੁੱਦਿਆਂ ਤੇ, ਪਾਣੀਆਂ ਦੇ ਮੁੱਦੇ ਤੇ, BBMB ਦੇ ਮੁੱਦੇ ਤੇ, ਸਾਡੇ ਡੈਮਾਂ ਵਾਲੇ ਮੁੱਦਿਆਂ ਤੇ, ਸਾਡੇ ਚੰਡੀਗੜ੍ਹ ਵਾਲੇ ਮੁੱਦੇ ਤੇ ਕਦੇ ਰਿਐਕਟ ਨਹੀਂ ਕਰਦੀ। ਨਾ ਹੀ ਲੋਕ ਸਭਾ ਮੈਂਬਰ ਕਰਦੇ, ਨਾ ਹੀ ਰਾਜ ਸਭਾ ਕਰਦੇ, ਨਾ ਇਹਨਾਂ ਦੇ ਅਹੁਦੇਦਾਰ ਕਰਦੇ। DNA ਚੈੱਕ ਕਰਵਾਓ ਥੋੜ੍ਹਾ ਜਿਹਾ ਕਿ ਕੀ ਇਹਨਾਂ 'ਚ ਪੰਜਾਬੀ ਖੂਨ ਵੀ ਹੈ। ਪੰਜਾਬੀ ਖੂਨ ਤਾਂ ਉਬਾਲਾ ਮਾਰਦਾ ਪੰਜਾਬ ਨਾਲ, ਕੋਈ ਧੱਕਾ ਕਰੇ ਕਿਉਂ ਨਹੀਂ ਉਬਾਲਾ ਮਾਰਦਾ। ਖੂਨ ਠੰਡਾ ਹੋ ਗਿਆ ਜਾਂ ਮਿਕਸ ਹੋ ਗਿਆ, ਚੈੱਕ ਕਰਨ ਦੀ ਲੋੜ। ਬਾਈ ਬੜੀ ਵੱਡੀ ਗੱਲ ਕਹਿਤੀ ਤੁਸੀਂ। ਘੱਟੋ ਘੱਟ ਤੁਹਾਡੀ ਆਹ ਗੱਲ ਤੋਂ ਬਾਅਦ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਨਹੀਂ, ਜੇ ਹੁਣ ਵੀ ਨਹੀਂ ਸ਼ਰਮ ਆਉਂਦੀ ਫਿਰ ਲੱਖ ਲਾਹਨਤ ਪੰਜਾਬੀ ਹੋਣ ਤੇ। ਜੇ ਪੰਜਾਬੀ ਹੋ ਤਾਂ ਪੰਜਾਬ ਲਈ ਖੜੋ, ਪੰਜਾਬੀ ਲਈ ਖੜੋ, ਆਪਣੇ ਆਵਾਮ ਲਈ ਖੜੋ, ਆਪਣੇ ਸੂਬੇ ਦੀ ਰਾਜਧਾਨੀ ਲਈ ਖੜੋ, ਆਪਣੇ ਸਿਰ ਦੇ ਤਾਜ ਲਈ ਖੜੋ। ਉਹ ਲੀਡਰ ਆਉਂਦੇ ਜਾਂਦੇ ਰਹਿੰਦੇ ਨੇ, ਸਰਕਾਰਾਂ ਆਉਂਦੀਆਂ, ਜਿਨ੍ਹਾਂ ਨੂੰ ਲੱਗਦਾ ਕਿ BJP ਦਾ ਮਤਲਬ ਹਿੰਦੂਵਾਦ। ਉਹ ਇਹ ਹਿੰਦੂ ਧਰਮ ਵਿਸ਼ਾਲ ਆ, ਮਹਾਨ ਆ। ਉਹ BJP ਤੋਂ ਪਹਿਲਾਂ ਵੀ ਮਹਾਨ ਸੀ, BJP ਤੋਂ ਬਾਅਦ ਵੀ ਮਹਾਨ ਰਹਿਣਾ। ਧਰਮ ਕਦੇ ਕਿਸੇ ਪਾਰਟੀ ਦਾ ਗੁਲਾਮ ਨਹੀਂ ਹੈਗਾ, ਧਰਮ ਦੀ ਆਪਣੀ ਮਹਾਨਤਾ। ਉਹ ਇਸ ਲਈ ਇਹ BJP ਦੇ ਵਰਕਰਾਂ ਨੂੰ ਸਮਝਣਾ ਪੈਣਾ ਕਿ ਤੁਸੀਂ ਪੰਜਾਬ ਨਾਲ ਵੱਡੇ ਹੋ, ਕਿਸੇ ਅਹੁਦੇ ਜਾਂ ਕੁਰਸੀ ਨਾਲ ਵੱਡੇ ਨਹੀਂ। ਸ਼ੁਕਰੀਆ ਬਾਈ, ਧੰਨਵਾਦ। ਸੀਨੀਅਰ ਪੱਤਰਕਾਰ ਭਾਈ ਦੀਪਕ ਚਨਾਰਥਲ, ਜਿਨ੍ਹਾਂ ਨੇ ਪੰਜਾਬ ਦੇ ਲੀਡਰਾਂ ਨੂੰ ਨਸੀਹਤ ਦਿੱਤੀ ਆ ਕਿ ਜੇਕਰ ਤੁਸੀਂ ਪੰਜਾਬੀ ਹੋਣ ਦੇ ਦਾਅਵੇ ਕਰਦੇ ਹੋ, ਕਹਿੰਦੇ ਹੋ ਤੁਸੀਂ ਲੋਕਾਂ ਦੇ ਲੀਡਰ ਹੋ, ਤਾਂ ਘੱਟੋ ਘੱਟ ਪੰਜਾਬ ਕੋਲੇ ਜੋ ਵੀ ਚੰਡੀਗੜ੍ਹ ਜਿੰਨਾ ਕੁ ਬਚਿਆ ਉਹਨੂੰ ਬਚਾ ਲਓ। ਪੰਜਾਬ ਦੇ ਮੁੱਦਿਆਂ ਤੇ ਬੋਲੋ, ਪੰਜਾਬ ਦੇ ਪਾਣੀ ਬਚਾ ਲਓ, ਬੋਲੀ ਬਚਾ ਲਓ। ਆਪਣੇ ਸਹਿਯੋਗੀ ਵਿਸ਼ਾਲ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।